ਰਿਸ਼ੀ ਸੁਨਕ ਸਾਹਿਬ ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਕਿ ਸਾਡੇ ਪ੍ਰਧਾਨ ਮੰਤਰੀ ਜਾ ਕੇ ਆਇਆ। ਮੈਂ ਤਾਂ ਉਦੋਂ ਹੱਸਦਾ ਕਹਿ ਰਿਹਾ ਸੀ, ਮੈਂ ਕਿਹਾ ਸਹੁਰਿਆਂ ਦੇ ਪਿੰਡ ਗਏ ਹੋਏ ਆ। ਸੋ ਉਹਨਾਂ ਨੂੰ ਇਹ ਜਿਹੜਾ ਆਓ ਭਗਤ ਦੀ ਵੀ ਉਹਨਾਂ ਨੂੰ ਪੂਰੀ ਹੋਣੀ ਆ ਕਿ ਉਹਨਾਂ ਦੀ ਆਓ ਭਗਤ ਕੀਤੀ ਜਾਵੇ। ਸੋ ਉਹਨਾਂ ਦੀ ਆਓ ਭਗਤ ਕਿੰਨੀ ਕੁ ਹੋਈ ਹੈ ਇਹਦੇ ਤੇ ਤਾਂ ਚਲੋ ਆਪਾਂ ਕਰਦੇ ਹਾਂ ਗੱਲ। ਬਿਲਕੁਲ ਜਿਵੇਂ ਤੁਸੀਂ ਕਿਹਾ ਕਿ G20 ਦੇ ਲਈ ਪੂਰੀ ਦੁਨੀਆ ਪਹੁੰਚੀ ਹੋਈ ਸੀ, ਕਿਉਂਕਿ ਆਪਾਂ ਚਲੋ ਤੁਸੀਂ ਸੁਨਕ ਸਾਹਿਬ ਦੇ ਬਾਰੇ ਗੱਲ ਕੀਤੀ ਹੈ ਤਾਂ ਆਪਾਂ ਵੈਸੇ ਜੇਕਰ ਉਹਦੀ ਗੱਲ ਕਰੀਏ ਤਾਂ 2 ਦਿਨਾਂ ਦਾ ਸਮਿਟ ਸੀਗਾ। ਤੇ ਉਹ ਜਿਹੜਾ ਅੱਗੇ ਦੀ ਹੁਣ ਪ੍ਰੈਜ਼ੀਡੈਂਸੀ ਜਿਹੜੀ ਆ ਇੰਡੀਆ ਨੇ ਦੇਤੀ ਆ ਬ੍ਰਾਜ਼ੀਲ ਨੂੰ। ਨਵੰਬਰ ਤੋਂ ਆਫੀਸ਼ੀਅਲੀ ਉਹਨਾਂ ਨੇ ਜਿਹੜਾ ਇਹਦੀ ਪ੍ਰਧਾਨਗੀ ਸੰਭਾਲ ਲੈਣੀ ਆ। ਇਹ ਰੋਟੇਸ਼ਨਲ ਚੀਜ਼ ਹੁੰਦੀ ਆ, ਹਰੇਕ ਸਾਲ ਬਦਲਦੀ ਰਹਿੰਦੀ ਆ। ਤੇ ਇਹਦੇ ਵਿੱਚ 2-3 ਮੇਨ ਜਿਹੜੇ ਆ ਮੁੱਖ ਮੁੱਦੇ ਤਾਂ ਇਹ ਮੰਨੇ ਜਾ ਰਿਹਾ। ਇੱਕ ਤਾਂ ਜਿਹੜੀ ਆ ਸਾਂਝੀ ਜਿਹੜੀ ਆ ਘੋਸ਼ਣਾ ਪੱਤਰ ਆ ਗਿਆ, ਡੈਕਲੇਰੇਸ਼ਨ ਸਾਂਝੀ ਆ ਗਈ ਸਾਰੇ ਮੁਲਕਾਂ ਦੀ, ਜਿਹਦੇ ਕਿਸੇ ਨੇ ਬਈ ਨਹੀਂ ਤਾਂ ਕਿਸੇ ਨੇ ਵੀਟੋ ਨਹੀਂ ਕੀਤਾ ਕਿ ਸਾਨੂੰ ਇਸ ਚੀਜ਼ ਤੇ ਇਤਰਾਜ਼ ਹੈ, ਉਹ ਆ ਗਈ। ਉਹਨੂੰ ਇੱਕ ਇੰਡੀਆ ਦੀ ਡਿਪਲੋਮੈਟਿਕ ਜਿੱਤ ਮੰਨਿਆ ਜਾ ਰਿਹਾ। ਪਰ ਉਹਦੇ ਵਿੱਚ ਪੱਛਮੀ ਕੰਟਰੀਆਂ ਦੇ ਲਈ ਖਾਸ ਕਰਕੇ ਕੁਝ ਖਾਸ ਉਹਦੇ ਵਿੱਚ ਇਸ ਕਰਕੇ ਹੈ ਨਹੀਂ ਕਿਉਂਕਿ ਯੂਕਰੇਨ ਦੇ ਬਾਬਤ ਜਿੱਦਾਂ ਇਹ ਕਹਿ ਰਹੇ ਨੇ ਉਸ ਤਰੀਕੇ ਨਾਲ ਉਸ ਯੂਕਰੇਨ ਰਸ਼ੀਆ ਜੰਗ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀ। ਰਸ਼ੀਆ ਤੇ ਚਾਈਨਾ ਨੇ ਤਾਂ ਉਸ ਡੈਕਲੇਰੇਸ਼ਨ ਨੂੰ ਚੰਗਾ ਹੀ ਕਰਾਰ ਦਿੱਤਾ। ਸੋ ਇੱਕ ਤੇ ਦੂਸਰੀ ਵੱਡੀ ਗੱਲ ਉਹਦੇ ਵਿੱਚ ਇਹ ਮੰਨੀ ਜਾ ਰਹੀ ਆ ਕਿ ਜਿਹੜਾ ਅਫਰੀਕਨ ਯੂਨੀਅਨ ਨੂੰ ਉਹਦੇ ਵਿੱਚ ਹੁਣ G20 ਦੇ ਵਿੱਚ ਸ਼ਾਮਲ ਕਰ ਲਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨੂੰ G21 ਵੀ ਹੋ ਸਕਦਾ ਸੁਣੀਏ। ਐਂਡ ਇੰਡੀਆ ਦੇ ਲਈ ਤਾਂ ਚਲੋ ਇੱਕ ਚੰਗੀ ਡਿਪਲੋਮੈਟਿਕ ਜਿੱਤ ਰਹੀ ਆ, ਜਾਂ ਜਿਵੇਂ ਬਾਕੀ ਦੁਨੀਆ ਦੇ ਵਿੱਚ ਵੀ ਜਿਹੜਾ ਤਕਰੀਬਨ ਇਸੇ ਤਰੀਕੇ ਨਾਲ ਜਿਹੜੀ ਰਿਪੋਰਟਿੰਗ ਹੋਈ ਆ ਕਿ ਕਿਵੇਂ ਇਸ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਇਲੈਕਸ਼ਨ ਹੋਣ ਜਾ ਰਿਹਾ ਉਹਨੂੰ ਲੈ ਕੇ ਜਿਹੜੀ ਇਹ ਸਾਰੀ ਆ ਕਹਿ ਲਓ ਕਿ ਜਿਹੜੀ ਪ੍ਰਚਾਰ ਮੁਹਿੰਮ ਸੀ ਉਹਦੇ ਬਾਬਤ ਵੀ ਤਕਰੀਬਨ ਸਾਰੇ ਦੁਨੀਆ ਦੇ ਮੀਡੀਆ ਦੇ ਵਿੱਚ ਜ਼ਿਕਰ ਹੋ ਰਿਹਾ। ਕਿਉਂਕਿ ਇਹਨੂੰ ਜਿਵੇਂ ਤੁਸੀਂ ਖੁਦ ਵੀ ਦੱਸਿਆ ਕਿ ਕਾਫੀ ਜ਼ਿਆਦਾ ਦਿੱਲੀ ਦੇ ਵਿੱਚ ਤਾਮਝਾਮ ਬਹੁਤ ਜ਼ਿਆਦਾ ਕੀਤਾ ਹੋਇਆ ਸੀ। ਆਮ ਤੌਰ 'ਤੇ ਬਾਕੀ ਮੁਲਕਾਂ ਦੇ ਵਿੱਚ ਇਸ ਪੱਧਰ ਦਾ ਨਹੀਂ ਹੁੰਦਾ, ਪਰ ਚਲੋ ਸਾਡੇ ਮੁਲਕ ਦੇ ਵਿੱਚ ਤਕਰੀਬਨ ਹਰੇਕ ਚੀਜ਼ ਇਸੇ ਤਰੀਕੇ ਨਾਲ ਹੁੰਦੀ ਆ। ਅਤੇ ਖੈਰ ਇਹਦੇ ਵਿੱਚ ਵੀ 2 ਰਾਏ ਨੇ, ਬਹੁਤ ਸਾਰੇ ਲੋਕ ਇਹਦੇ ਪੱਖ ਦੇ ਵਿੱਚ ਵੀ ਨੇ ਕਿਉਂਕਿ ਜਿਵੇਂ ਇੱਕ ਸੌਰਵ ਦਵੇਦੀ ਆ ਸਾਡੇ ਕਾਫੀ ਸੀਨੀਅਰ ਜਰਨਲਿਸਟ ਨੇ ਤੇ ਬਹੁਤ ਲੋਕ ਸੁਣਦੇ ਨੇ ਉਹਨਾਂ ਨੂੰ। ਉਹਨਾਂ ਦੀ ਵੀ ਗੱਲ ਸਹੀ ਸੀ ਕਿ ਜਦੋਂ ਉਹਨਾਂ ਨੇ ਕਿਹਾ ਕਿ ਯਾਰ ਜਦੋਂ ਸਾਡੇ ਘਰ ਮਹਿਮਾਨ ਆਉਂਦੇ ਆ ਅਸੀਂ ਕੋਸ਼ਿਸ਼ ਤਾਂ ਇਹੀ ਕਰੀਦੀ ਆ ਨਾ ਕਿ ਉਹਨਾਂ ਨੂੰ ਸਾਡੇ ਘਰ ਦੀਆਂ ਚੰਗੀਆਂ ਚੀਜ਼ਾਂ ਦਿਸਣ। ਜੇ ਕੋਈ ਤੁਹਾਡੇ ਘਰ ਦੀ ਚੀਜ਼ ਖਰਾਬ ਹੋਈ ਆ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਉਹਨੂੰ ਜਿਹੜਾ ਪਿੱਛੇ ਕਰ ਦਈਏ। ਸੋ ਇਹ ਵੀ ਇੱਕ ਨੈਰੇਟਿਵ ਆ ਕਿ ਦੁਨੀਆ ਦੇ ਵਿੱਚ ਤੁਹਾਡਾ ਮੁਲਕ ਕਿਵੇਂ ਦੇਖਿਆ ਜਾਵੇ। ਤੁਹਾਡੇ ਮੁਲਕ ਦੇ ਵਿੱਚ ਬਾਹਰੋਂ ਲੋਕ ਆ ਰਹੇ ਨੇ, ਲੀਡਰਸ ਆ ਰਹੇ ਨੇ, ਸੋ ਉਹਨਾਂ ਦੀ ਆਓ ਭਗਤ ਚੰਗੇ ਤਰੀਕੇ ਨਾਲ ਹੀ ਕਰਨੀ ਚਾਹੀਦੀ ਹੈ। ਜਿਵੇਂ ਕਿਹਾ ਗਿਆ ਕਿ ਉਹਨਾਂ ਨੂੰ ਚਾਂਦੀ ਦੇ ਬਰਤਨਾਂ ਦੇ ਵਿੱਚ ਖਿਲਾਇਆ ਪਿਲਾਇਆ ਗਿਆ ਤੇ ਨਾਲ ਦੀ ਨਾਲ ਫਿਰ ਇਹਨਾਂ ਗੱਲਾਂ ਤੇ ਤਨਕੀਦ ਵੀ ਹੋ ਰਹੀ ਸੀ। ਪਰ ਜੇਕਰ ਆਪਾਂ ਗੱਲ ਕਰੀਏ ਸੁਨਕ ਸਾਹਿਬ ਦੀ, ਸੁਨਕ ਸਾਹਿਬ ਨੇ ਜੀ ਇੱਕ ਤਾਂ ਜਿਹੜਾ ਪਹਿਲਾਂ ਉਹਨਾਂ ਨੇ ਅਫੀਸ਼ੀਅਲੀ ਹਾਊਸ ਆਫ ਕਾਮਨ ਅੰਦਰ ਆ ਕੇ ਜਿਹੜੀ ਸਟੇਟਮੈਂਟ ਦਿੱਤੀ ਆ, ਜੇਕਰ ਪਹਿਲਾਂ ਆਪਾਂ ਉਹਦੇ ਤੇ ਗੱਲ ਕਰੀਏ ਕਿਉਂਕਿ ਔਨ ਦਾ ਹਾਊਸ ਸਟੇਟਮੈਂਟ ਜਿਹੜੀ ਹੈ ਸਭ ਤੋਂ ਜ਼ਿਆਦਾ ਅਹਿਮ ਹੈ। ਰਿਸ਼ੀ ਸੁਨਕ ਸਾਹਿਬ ਨੇ ਕਿਹਾ ਕਿ ਉਹਨਾਂ ਦੇ 3 ਨਿਸ਼ਾਨੇ ਸੀਗੇ। ਇੱਕ ਤਾਂ ਸੀਗਾ ਕਿ ਰੂਸ ਤੇ ਦਬਾਅ ਵਧਾਉਣਾ, ਤੇ ਕਿਉਂਕਿ ਜਿਹੜਾ ਗਲੋਬਲ ਫੂਡ ਦੀ ਸਪਲਾਈ ਦੇ ਵਿੱਚ ਉਹਨਾਂ ਨੇ ਰੁਕਾਵਟਾਂ ਖੜੀਆਂ ਕੀਤੀਆਂ ਬਲੈਕ ਸੀ ਦੇ ਸੰਦਰਭ ਦੇ ਵਿੱਚ, ਉਹ ਕਹਿ ਰਹੇ ਸੀਗੇ ਉਹਨੂੰ ਕੋਲ ਆਊਟ ਕਰਨਾ ਕਿ ਦੁਨੀਆ ਦੇ ਵਿੱਚ ਇਹਦੀ ਗੱਲ ਹੋਵੇ। ਫਿਰ ਉਹਨਾਂ ਨੇ ਕਿਹਾ ਕਿ ਦੂਸਰਾ ਉਹਨਾਂ ਦਾ ਨਿਸ਼ਾਨਾ ਸੀਗਾ ਕਿ ਦੁਨੀਆ ਨੂੰ ਇਹ ਦਿਖਾਉਣਾ ਕਿ UK ਵਰਗੀਆਂ ਜਿਹੜੀਆਂ ਜਮਹੂਰੀਅਤਾਂ ਆ ਉਹ ਜਿਹੜੀਆਂ ਵਿਸ਼ਵ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਲੜ ਰਹੀਆਂ ਨੇ, ਨਾ ਕਿ ਜਿਹੜੇ ਅਥੋਰਿਟੇਰੀਅਨ ਰਜੀਮ ਆ ਉਹ ਇਹਦੇ ਵਿੱਚ ਅੱਗੇ ਨੇ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੀਸਰਾ ਉਹਨਾਂ ਦਾ ਨਿਸ਼ਾਨਾ ਇਹ ਸੀਗਾ ਕਿ ਜਿਹੜੇ ਵੀ ਬਈ UK ਦੀ ਆਵਾਮ ਦੀ ਭਲਾਈ ਲਈ ਨਵੀਆਂ ਸਾਂਝਾਂ ਬਣਾਉਣੀਆਂ ਤੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਬਾਕੀ ਜਿਹੜੇ ਮੁਲਕਾਂ ਦੇ ਨਾਲ ਉਹਨਾਂ ਨੂੰ ਬਿਹਤਰ ਕਰਨਾ। ਸੋ ਉਹਨਾਂ ਨੇ ਕਿਹਾ ਕਿ ਇਹ 3 ਨਿਸ਼ਾਨੇ ਲੈ ਕੇ ਉਹ ਗਏ ਸੀਗੇ। ਸੋ ਹਾਊਸ ਆਫ ਕਾਮਨ ਅੰਦਰ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਤਾਂ ਫਿਰ ਉਹਨਾਂ ਨੇ ਜਿਹੜੀ ਆਪਣੀ ਇਹਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹਾ ਕਿ ਇੱਕ ਤਾਂ ਰਾਸ਼ਟਰਪਤੀ ਪੁਤਨ ਬਾਰੇ ਉਹਨਾਂ ਨੇ ਕਿਹਾ ਕਿ ਲਗਾਤਾਰ ਪੁਤਨ ਸਾਹਿਬ ਨੇ ਹਿੰਮਤ ਨਹੀਂ ਦਿਖਾਈ ਦੂਸਰੀ ਵਾਰ ਕਿ ਉਹ ਨਹੀਂ ਆਏ ਇਸ ਜਿਹੜੀ ਆ ਬਈ ਇਹਦੇ ਵਿੱਚ ਉਹ ਨਹੀਂ ਆਪਣਾ ਪਹੁੰਚੇ। ਉਹਨਾਂ ਨੇ ਕਿਹਾ ਕਿ ਜਿਹੜੀ ਇਹ ਜੰਗ ਦੇ ਨਾਲ ਜੋ ਮੁਸ਼ਕਿਲਾਂ ਦੇ ਵਿੱਚ ਵਾਧਾ ਹੋਇਆ, ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਜਿਹੜੀਆਂ ਮੁਸੀਬਤਾਂ ਦਾ ਜ਼ਿਕਰ ਕੀਤਾ ਜੋ ਕਿ ਯੂਕਰੇਨੀਅਨ ਲੋਕਾਂ ਨੂੰ ਨੇ, ਤੇ ਉਹਦੇ ਚੱਲਦਿਆਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਜੰਗ ਦੇ ਚੱਲਦਿਆਂ ਇੱਥੇ UK ਤੱਕ ਵੀ ਜਿਹੜਾ ਸਾਨੂੰ ਕੀਮਤਾਂ ਦੇ ਵਿੱਚ ਵਾਧੇ ਹੋਇਆ ਉਹਦੀਆਂ ਪ੍ਰੋਬਲਮਸ ਆਈਆਂ ਕਿਉਂਕਿ ਬਹੁਤ ਸਾਰੇ ਮੁਲਕਾਂ ਦਾ ਅੱਜ ਕੱਲ੍ਹ ਜਿਹੜਾ ਐਕਸਪੋਰਟ ਇੰਪੋਰਟ ਚੱਲਦਾ, ਜਾਂ ਰਸ਼ੀਆ ਦੇ ਵਿੱਚੋਂ ਕਈ ਚੀਜ਼ਾਂ ਆਉਂਦੀਆਂ, ਯੂਕਰੇਨ ਦੇ ਵਿੱਚੋਂ ਜਿਵੇਂ ਇਹ ਵੀ ਉਹਨਾਂ ਨੇ ਕਿਹਾ ਹੀ ਆ ਕਿ ਜਿਹੜਾ ਉੱਥੋਂ ਅਨਾਜ ਜਿਹੜਾ ਉੱਥੋਂ ਬਾਹਰਲੇ ਮੁਲਕਾਂ ਨੂੰ ਜਾਂਦਾ ਸੀਗਾ ਕਿ ਕਿਵੇਂ ਉਹਦਾ ਨੁਕਸਾਨ ਹੋਇਆ। ਉਹਨਾਂ ਨੇ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਆ ਕਿ ਰਸ਼ੀਆ ਨੇ 1 ਮਹੀਨੇ ਦੇ ਵਿੱਚ 2,07,000 ਤੋਂ ਜ਼ਿਆਦਾ ਦਾ ਅਨਾਜ ਬਰਬਾਦ ਕੀਤਾ ਜਿਹੜਾ ਵੀ ਰਸ਼ੀਆ ਦੇ ਵੱਲੋਂ ਅਟੈਕ ਕੀਤੇ ਜਾ ਰਹੇ ਆ।
ਯੂਕਰੇਨੀਅਨ ਜਿਹੜੇ ਆ ਉਹਨਾਂ ਦੇ ਅਨਾਜਾਂ ਦੇ ਜਿਹੜੇ ਭੰਡਾਰ ਆ ਉਹਨਾਂ ਦੇ ਉੱਤੇ। ਸੋ ਖੈਰ ਇਹਦੇ ਵਿੱਚ ਇਹਨਾਂ ਨੇ ਕਿਹਾ ਸੂਨਕ ਸਾਹਿਬ ਨੇ, ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਡੈਕਲੇਰੇਸ਼ਨ ਦੇ ਵਿੱਚ ਜਿਵੇਂ ਰਸ਼ੀਆ ਨੂੰ ਉਸ ਤਰੀਕੇ ਨਾਲ ਕਾਲ ਆਊਟ ਨਹੀਂ ਕੀਤਾ ਗਿਆ, ਯੂਕਰੇਨ ਇਸ ਗੱਲ ਤੇ ਕੁਝ ਖਫਾ ਵੀ ਨਜ਼ਰ ਆ ਰਿਹਾ ਤੇ ਉਹਨਾਂ ਨੇ ਇਹਦੇ ਬਾਰੇ ਕਿਹਾ ਵੀ ਆ ਕਿ ਕੁਝ ਇਹਦੇ ਵਿੱਚ ਤੁਸੀਂ ਜਿਸ ਤਰੀਕੇ ਨਾਲ ਰਸ਼ੀਆ ਨੂੰ ਐਜ਼ ਅ ਅਗਰੈਸਰ ਜਿਤਾਉਣਾ ਚਾਹੀਦਾ ਸੀ ਉਹ ਨਹੀਂ ਜਿਤਾਇਆ ਗਿਆ, ਤਾਂ ਕਿਉਂਕਿ ਫਿਰ ਉਹ ਡਿਕਲੇਰੇਸ਼ਨ ਸਾਰੀਆਂ ਕੰਟਰੀਆਂ ਦੀ ਸਹਿਮਤੀ ਨਾਲ ਆਇਆ ਤੇ ਯੂਕਰੇਨ ਦਾ ਫਿਰ ਆਈ ਥਿੰਕ ਥੋੜਾ ਨਾਰਾਜ਼ ਹੋਣਾ ਬਣਦਾ ਵੀ ਆ ਕਿ ਤੁਸੀਂ ਇੱਕ ਪਾਸੇ ਤਾਂ ਸਾਨੂੰ ਸਮਰਥਨ ਦੇ ਰਹੇ ਹੋ ਜੋ ਸਾਰਾ ਕੁਝ ਕਰ ਰਹੇ ਹੋ, ਪਰ ਜਿੱਥੇ ਪੂਰੀ ਦੁਨੀਆ ਦੇ ਲੀਡਰ ਇਕੱਠੇ ਸੀ ਉੱਥੇ ਸਾਂਝੇ ਡੈਕਲੇਰੇਸ਼ਨ ਦੇ ਵਿੱਚ ਉਸ ਤਰੀਕੇ ਨਾਲ ਉਹਦਾ ਜ਼ਿਕਰ ਨਹੀਂ ਹੋਇਆ। ਹਾਲਾਂਕਿ ਇਸ ਗੱਲ ਦਾ ਜ਼ਿਕਰ ਜ਼ਰੂਰ ਹੋਇਆ ਉਹਦੇ ਵਿੱਚ ਕਿ ਕਹਿ ਲਓ ਕਿ ਬਈ ਇਸ ਜੰਗ ਦੇ ਚੱਲਦਿਆਂ ਜਿਹੜੀਆਂ ਲੋਕਾਂ ਨੂੰ ਆਵਾਮ ਨੂੰ ਜਾਂ ਜਿੰਨੀਆਂ ਵੀ ਹੇਠਾਂ ਮੁਸ਼ਕਲਾਂ ਆ ਰਹੀਆਂ ਨੇ ਜਾਂ ਜਿਸ ਤਰੀਕੇ ਨਾਲ ਤਬਾਹੀ ਹੋਈ ਆ ਉਹਦਾ ਜ਼ਿਕਰ ਜ਼ਰੂਰ ਹੋਇਆ। ਸੋ ਫਿਰ ਉਹਨਾਂ ਨੇ ਵੀ ਕਿਹਾ ਕਿ ਇਸ ਸਾਲ ਲੇਟਰ ਦਿਸ ਈਅਰ ਅਸੀਂ ਯੂਕੇ ਦੇ ਵਿੱਚ ਇੱਕ ਗਲੋਬਲ ਫੂਡ ਸਿਕਿਉਰਿਟੀ ਸਮਿਟ ਹੋਵੇਗਾ ਤਾਂ ਕਿ ਜਿਹੜੇ ਲੌਂਗ ਟਰਮ ਸੋਲਿਊਸ਼ਨਸ ਆ ਉਹਨਾਂ ਦੇ ਲਈ, ਤੇ ਯੂਕਰੇਨ ਦੇ ਲਈ ਉਹਨਾਂ ਨੇ ਕਿਹਾ ਕਿ ਜੀ ਅਸੀਂ ਯੂਕਰੇਨ ਦੇ ਨਾਲ ਖੜਾਂਗੇ ਚਾਹੇ ਜਿੰਨਾ ਚਿਰ ਮਰਜ਼ੀ ਲੱਗੇ। ਫਿਰ ਉਹਨਾਂ ਨੇ ਕਿਹਾ ਕਿ ਜੇ ਆਫਿਸ ਫॉर ਨੈਸ਼ਨਲ ਸਟੈਟਿਸਟਿਕਸ ਦੇ ਜਿਹੜੇ ਫਿਗਰਸ ਆ ਉਹ ਦੱਸਦੇ ਆ ਕਿ ਜਿਹੜੀ ਆ ਯੂਕੇ ਜਿਹੜੀ ਬਾਕੀ ਕਿਸੇ ਵੀ ਮੇਜਰ ਯੂਰਪੀਅਨ ਇਕੋਨਮੀ ਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਜਿਹੜਾ ਪੈਂਡੈਮਿਕ ਕੋਵਿਡ ਪੈਂਡੈਮਿਕ ਸੀਗਾ ਉਹਦੇ ਪ੍ਰਭਾਵਾਂ ਦੇ ਵਿੱਚੋਂ ਬਾਹਰ ਜਿਹੜੀ ਆ ਰਹੀ ਆ। ਤੇ ਗਲੋਬਲ ਉਹਨਾਂ ਨੇ ਫਿਰ ਚਲੋ ਜਿਵੇਂ ਕਿਹਾ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਉਹਨਾਂ ਦਾ ਨਿਸ਼ਾਨਾ ਸੀਗਾ ਕਿ ਗਲੋਬਲ ਜਿੰਨੇ ਵੀ ਇਸ਼ੂਜ਼ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਕਲਾਈਮੇਟ ਇਸ਼ੂ ਆ ਜਾਂ ਹੋਰ ਜਿਹੜਾ ਡਿਵੈਲਪਮੈਂਟ ਦੇ ਇਸ਼ੂ ਆ ਕਿ ਜਿਹੜੀਆਂ ਯੂਕੇ ਵਰਗੀਆਂ ਜਮਹੂਰੀਅਤਾਂ ਆ ਡੈਮੋਕ੍ਰੇਸੀਜ਼ ਆ ਉਹ ਕਿਵੇਂ ਅੱਗੇ ਵੱਧ ਕੇ ਕੰਮ ਕਰ ਰਹੀਆਂ ਨੇ ਨਾ ਕਿ ਜਿਹੜੇ ਅਥੋਰਿਟੇਰੀਅਨ ਰਜੀਮ ਆ ਉਹ ਜਿਹੜਾ ਕੰਮ ਕਰ ਰਹੇ ਨੇ। ਫਿਰ ਸੂਨਕ ਸਾਹਿਬ ਨੇ ਜਿਹੜਾ ਹਾਊਸ ਆਫ ਕਾਮਨ ਦੇ ਅੰਦਰ ਦੱਸਿਆ ਕਿ ਉਹਨਾਂ ਦੀ ਚਾਈਨੀਜ਼ ਪ੍ਰੀਮੀਅਰ ਲੀ ਦੇ ਨਾਲ ਵੀ ਗੱਲਬਾਤ ਹੋਈ ਹੈ। ਸੂਨਕ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਪ੍ਰੀਮੀਅਰ ਲੀ ਦੇ ਨਾਲ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਕਿ ਬ੍ਰਿਟਿਸ਼ ਜਮਹੂਰੀਅਤ ਨੂੰ ਕਿਸੇ ਵੀ ਤਰੀਕੇ ਨਾਲ ਅੰਡਰਮਾਈਨ ਕਰਨਾ ਇਹ ਐਕਸੈਪਟ ਨਹੀਂ ਕੀਤਾ ਜਾਵੇਗਾ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਜਿਸ ਸਮੇਂ ਰਿਸ਼ੀ ਸੂਨਕ ਸਾਹਿਬ ਇੰਡੀਆ ਦੇ ਵਿੱਚ G20 ਦੇ ਅੰਦਰ ਸ਼ਾਮਲ ਹੋਏ ਤੇ ਉਹਨਾਂ ਦੀ ਚਾਈਨੀਜ਼ ਨੁਮਾਇੰਦੇ ਦੇ ਨਾਲ ਗੱਲਬਾਤ ਜਦੋਂ ਹੋਈ ਹੈ, ਯੂਕੇ ਦੇ ਅੰਦਰ ਇੱਕ ਕੇਸ ਨਿਕਲ ਕੇ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਪਾਰਲੀਮੈਂਟਰੀ ਰਿਸਰਚਰ ਦੀ ਯੂਕੇ ਦੇ ਅੰਦਰ ਗ੍ਰਿਫਤਾਰੀ ਹੋਈ ਹੈ ਜੋ ਕਿ ਕਈ ਸਾਰੇ ਕੰਜ਼ਰਵੇਟਿਵ ਐਮਪੀਜ਼ ਦੇ ਨਾਲ ਕੰਮ ਕਰਦਾ ਰਿਹਾ। ਉਹਦੇ ਉੱਤੇ ਜਿਹੜੇ ਐਲੀਗੇਸ਼ਨ ਨੇ ਉਹ ਬਹੁਤ ਹੀ ਗੰਭੀਰ ਨੇ। ਉਹਦੇ ਉੱਤੇ ਚਾਈਨਾ ਦੇ ਲਈ ਜਸੂਸੀ ਕਰਨ ਦਾ ਦੋਸ਼ ਲੱਗਾ। ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ ਇਸ ਦੇ ਕੋਲ ਪਾਰਲੀਮੈਂਟਰੀ ਪਾਸ ਸੀਗਾ, ਹਾਲਾਂਕਿ ਇਸ ਨੇ ਆਪਣੇ ਆਪ ਨੂੰ ਕੰਪਲੀਟਲੀ ਇਨੋਸੈਂਟ ਦੱਸਿਆ ਆਪਣੇ ਵਕੀਲਾਂ ਦੇ ਜ਼ਰੀਏ। ਸੋ ਰਿਸ਼ੀ ਸੁਨਕ ਨੇ ਇਸ ਘਟਨਾ ਦੇ ਸੰਦਰਭ ਦੇ ਵਿੱਚ ਹਾਊਸ ਆਫ ਕਾਮਨ ਦੇ ਅੰਦਰ ਇਹ ਸਟੇਟਮੈਂਟ ਦਿੱਤੀ ਹੈ। ਸੁਨਕ ਸਾਹਿਬ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੇ ਪ੍ਰੀਮੀਅਰ ਲੀਗ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਟੇਬਲ ਰਿਲੇਸ਼ਨਸ ਦੇ ਲਈ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਉਹਨਾਂ ਉੱਤੇ ਪਹਿਰਾ ਦੇਣਾ ਕਿੰਨਾ ਜ਼ਰੂਰੀ। ਫਿਰ ਸੂਨਕ ਸਾਹਿਬ ਨੇ ਕਿਹਾ ਕਿ ਯੂਕੇ ਮਨੁੱਖੀ ਹੱਕਾਂ ਦੀ ਰਾਖੀ ਕਰਦਾ ਰਹੇਗਾ। ਨਾਲ ਹੀ ਉਹਨਾਂ ਆਖਿਆ ਕਿ ਚਾਈਨਾ ਨੂੰ ਆਪਣਾ ਪ੍ਰਭਾਵ ਵਰਤ ਕੇ ਰਸ਼ੀਆ ਦੇ ਵੱਲੋਂ ਜੋ ਯੂਕਰੇਨ ਦੇ ਵਿੱਚ ਕੀਤਾ ਜਾ ਰਿਹਾ ਹੈ ਉਸ ਨੂੰ ਰੁਕਾਉਣਾ ਚਾਹੀਦਾ ਹੈ। ਭਾਵ ਰਸ਼ੀਆ ਦੇ ਵੱਲੋਂ ਜੋ ਐਗਰੈਸ਼ਨ ਕੀਤੀ ਜਾ ਰਹੀ ਹੈ, ਜੋ ਜਿਹੜੀ ਜੰਗ ਰਸ਼ੀਆ ਨੇ ਸ਼ੁਰੂ ਕੀਤੀ ਹੈ ਉਹਨੂੰ ਰੋਕਣਾ ਚਾਹੀਦਾ ਹੈ। ਵੈਸੇ ਇਹ ਗੱਲ ਸੂਨਕ ਸਾਹਿਬ ਨੇ ਇੰਡੀਆ ਦੇ ਲਈ ਵੀ ਕਹੀ ਹੈ ਕਿ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਆਪਣਾ ਜਿਹੜਾ ਪ੍ਰਭਾਵ ਵਰਤ ਕੇ ਜਿਹੜਾ ਪੁਤਿਨ ਸਾਹਿਬ ਨੂੰ ਇਹ ਕਹਿਣ ਕਿ ਉਹ ਇਸ ਜੰਗ ਨੂੰ ਖਤਮ ਕਰਨ। ਅੱਛਾ, ਇਹ ਗੱਲ ਵੀ ਕਾਬਿਲ ਜ਼ਿਕਰ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਯੂਕੇ ਦੇ ਅੰਦਰ ਚਾਈਨਾ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਗੱਲਬਾਤ ਹੋ ਰਹੀ ਹੈ। ਬੀਤੇ ਦਿਨਾਂ ਦੇ ਦਰਮਿਆਨ ਯੂਕੇ ਬਿਜ਼ਨਸ ਸੈਕਟਰੀ ਕੈਮੀ ਬੈਡਨੌਕ ਨੂੰ ਮੀਡੀਆ ਦੇ ਵਿੱਚ ਇਹ ਗੱਲ ਪੁੱਛੀ ਗਈ ਕਿ ਕੀ ਚਾਈਨਾ ਦੋਸਤ ਹੈ ਜਾਂ ਦੁਸ਼ਮਣ ਹੈ, ਤੇ ਇਸ ਦੇ ਜਵਾਬ ਦੇ ਵਿੱਚ ਕੈਮੀ ਬੈਡਨੌਕ ਦਾ ਇਹ ਕਹਿਣਾ ਸੀ ਕਿ ਚਾਈਨਾ ਨੂੰ ਦੁਸ਼ਮਣ ਦੇ ਤੌਰ ਤੇ ਨਹੀਂ ਬਲਕਿ ਇੱਕ ਚੁਣੌਤੀ ਦੇ ਰੂਪ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਖੈਰ, ਚੁਣੌਤੀ ਦੇ ਰੂਪ ਦੇ ਵਿੱਚ ਤਾਂ ਚਾਈਨਾ ਨੂੰ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਹੈ। ਜਿਸ ਢੰਗ ਨਾਲ ਅਮਰੀਕਾ ਦੇ ਨਾਲ ਇਹ ਜਿਹੜੇ ਚਾਈਨਾ ਦੇ ਰਿਸ਼ਤੇ ਡਿਵੈਲਪ ਹੋ ਰਹੇ ਨੇ, ਜਿਵੇਂ ਜਿਹੜੀ ਆ ਸਪਾਈ ਬਲੂਨ ਦੀ ਗੱਲ ਆਈ, ਫਿਰ ਐਂਟਨੀ ਬਲਿੰਕਨ ਸਾਹਿਬ ਨੇ ਜਿਹੜਾ ਚਾਈਨਾ ਦਾ ਦੌਰਾ ਕਰਨਾ ਸੀ ਉਹ ਜਿਹੜਾ ਸਸਪੈਂਡ ਹੋ ਗਿਆ। ਇਸ ਤੋਂ ਪਹਿਲਾਂ ਜਿਹੜਾ ਹਾਊਸ ਆਫ ਸਪੀਕਰ ਨੈਂਸੀ ਪੈਲੋਸੀ ਦੇ ਵੱਲੋਂ ਤਾਇਵਾਨ ਦੀ ਜਿਹੜੀ ਵਿਜ਼ਿਟ ਕੀਤੀ ਗਈ ਉਹਦੇ ਨਾਲ ਜਿਹੜੀਆਂ ਟੈਂਸ਼ਨ ਸੀਗੀਆਂ ਉਹਦੇ ਵਿੱਚ ਵਾਧਾ ਹੋਇਆ। ਸੋ ਚਾਈਨਾ ਤੇ US ਦੀ ਵੀ ਆਪਸ ਦੇ ਵਿੱਚ ਜਿਹੜੀ ਆ ਟਿਕ ਲੱਗੀ ਹੋਈ ਆ। ਖੈਰ, ਆਪਾਂ ਦੁਬਾਰਾ ਮੁੜ ਕੇ ਆਉਂਦੇ ਆ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਉੱਤੇ। ਸੂਨਕ ਸਾਹਿਬ ਨੇ ਹਾਊਸ ਆਫ ਕਾਮਨ ਦੇ ਅੰਦਰ ਔਨ ਦਾ ਫਲੋਰ ਆਫ ਦਾ ਹਾਊਸ ਕੀ ਗੱਲ ਕਹੀ ਹੈ G20 ਦੇ ਬਾਰੇ, ਉਸ ਦੇ ਬਾਰੇ ਤਾਂ ਆਪਾਂ ਜ਼ਿਕਰ ਕਰ ਲਿਆ। ਪਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਰਿਸ਼ੀ ਸੂਨਕ ਸਾਹਿਬ ਜਦੋਂ ਭਾਰਤ ਪਹੁੰਚੇ ਨੇ ਤਾਂ ਉਦੋਂ ਜਦੋਂ ਉਹਨਾਂ ਨੇ ਉੱਥੇ ਇੰਡੀਅਨ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਦੋਂ ਉਹਨਾਂ ਨੇ ਸਟੇਟਮੈਂਟ ਕੀ ਦਿੱਤੀ ਹੈ। ਇਹਦੇ ਨਾਲ ਆਪਾਂ ਇਸ ਵਿਸ਼ੇ ਤੇ ਵੀ ਗੱਲ ਕਰਨੀ ਹੈ ਕਿ ਸੂਨਕ ਸਾਹਿਬ ਦਾ ਜਿਹੜਾ ਸਵਾਗਤ ਆ ਉਹ ਭਾਰਤ ਦੇ ਅੰਦਰ ਕਿਵੇਂ ਦਾ ਹੋਇਆ, ਇੰਗਲਿਸ਼ ਮੀਡੀਆ ਇਸ ਨੂੰ ਕਿਸ ਤਰੀਕੇ ਨਾਲ ਲੈ ਰਿਹਾ। ਇਹਨਾਂ ਸਭ ਵਿਸ਼ਿਆਂ ਤੇ ਆਪਾਂ ਗੱਲਬਾਤ ਕਰਦੇ ਹਾਂ। ਪਰ ਜੇਕਰ ਤੁਹਾਨੂੰ ਆਪਣਾ ਅੱਜ ਦਾ ਇਹ ਪੋਡਕਾਸਟ ਚੰਗਾ ਲੱਗ ਰਿਹਾ ਤਾਂ ਤੁਸੀਂ ਆਪਣੇ ਦਵਿੰਦਰ ਸਿੰਘ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਓ।
ਆਪਾਂ ਮਾਂ ਬੋਲੀ ਪੰਜਾਬੀ ਦੇ ਵਿੱਚ ਇਸ ਪਲੇਟਫਾਰਮ ਦੇ ਉੱਤੇ ਦੁਨੀਆ ਦੀ ਰਾਜਨੀਤੀ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਇਹ ਸਭ ਤੁਹਾਨੂੰ ਕਿਵੇਂ ਦਾ ਲੱਗਦਾ ਹੈ, ਜਾਂ ਅੱਜ ਦੀ ਜਿਹੜੀ ਚਰਚਾ ਆ, ਅੱਜ ਦਾ ਜਿਹੜਾ ਪੋਡਕਾਸਟ ਹੈ, ਇਹਦੇ ਬਾਰੇ ਤੁਸੀਂ ਆਪਣੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਆ ਆਪਣੇ ਕਮੈਂਟਸ ਜ਼ਰੂਰ ਦੇਣਾ। ਪੋਡਕਾਸਟ ਦਾ ਅੱਜ ਕੱਲ ਜਿਹੜਾ ਰੂਪ ਬਦਲ ਗਿਆ, ਲੋਕੀ ਮੋਸਟਲੀ ਵੀਡੀਓ ਦੇ ਵਿੱਚ ਇਹਦਾ ਜ਼ਿਕਰ ਕਰਨ ਲੱਗ ਪਏ ਨੇ, ਪਰ ਮੋਸਟਲੀ ਇਹ ਪਹਿਲਾਂ ਆਡੀਓ ਦੇ ਨਾਲ ਹੀ ਇਹਦੀ ਮੁਮਾਸਲਤ ਹੁੰਦੀ ਸੀ। ਖੈਰ, ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਦੁਨੀਆ ਦੇ ਸਾਰੇ ਜਿਹੜੇ ਵੱਡੇ ਈਵੈਂਟਸ ਨੇ ਉਹਨਾਂ ਦੇ ਉੱਤੇ ਤੁਹਾਡੇ ਨਾਲ ਬਲੌਗ ਦੇ ਵਿੱਚ ਗੱਲ ਕੀਤੀ ਜਾਵੇ, ਜਾਂ ਜਿਹੜੀ ਭਾਰਤ ਦੀ ਜਾਂ ਯੂਕੇ ਦੀ ਸਿਆਸਤ ਆ ਉਹਨਾਂ ਦੇ ਉੱਤੇ ਜਿਹੜੇ ਕਰੰਟ ਅਫੇਅਰਸ ਨੇ ਉਹ ਆਪਾਂ ਬਲੌਗ ਦੇ ਜ਼ਰੀਏ ਤੁਹਾਡੇ ਨਾਲ ਸਾਂਝੇ ਕਰੀਏ। ਪਰ ਉਸ ਦੇ ਲਈ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਸਾਥ ਸਾਨੂੰ ਮਿਲੇ, ਤੇ ਜੇਕਰ ਤੁਹਾਨੂੰ ਚੰਗਾ ਲੱਗਦਾ ਜਿਹੜੀਆਂ ਦੁਨੀਆ ਦੀ ਰਾਜਨੀਤੀ ਨੂੰ ਮਾਂ ਬੋਲੀ ਪੰਜਾਬੀ ਦੇ ਵਿੱਚ ਸੁਣਨਾ, ਤੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਸੱਜਣਾ ਦੋਸਤਾਂ ਤੱਕ ਜ਼ਰੂਰ ਪਹੁੰਚਾਉਣਾ ਸ਼ੇਅਰ ਕਰਕੇ, ਤੇ ਵੀਡੀਓ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ। ਸੋ ਅੱਗੇ ਵਧਦੇ ਹਾਂ ਜੀ ਕਿ ਰਿਸ਼ੀ ਸੂਨਕ ਸਾਹਿਬ ਦੀ ਇੰਡੀਅਨ ਮੀਡੀਆ ਨਾਲ ਕੀ ਗੱਲਬਾਤ ਹੋਈ ਹੈ। ਇੱਕ ਤਾਂ ਸੂਨਕ ਸਾਹਿਬ ਖੁਸ਼ ਬਹੁਤ ਨਜ਼ਰ ਆਏ ਨੇ, ਸ਼ਾਇਦ ਹੋ ਸਕਦਾ ਹੈ ਕਿਉਂਕਿ ਸਹੁਰਿਆਂ ਦੇ ਪਿੰਡ ਪਹੁੰਚੇ ਹੋਏ ਸੀ, ਇਹ ਮੇਨ ਗੱਲ ਸੀ, ਪਰ ਖਾਸੇ ਖੁਸ਼ ਨਜ਼ਰ ਆਏ। ਸੋ ਉਹਨਾਂ ਨੇ ਜਿਹੜਾ ਭਾਰਤ ਦੀ ਤਾਰੀਫ ਵੀ ਬੜੀ ਕੀਤੀ, ਤੇ ਸਪੈਸ਼ਲੀ ਐਕਚੁਅਲੀ ਪ੍ਰਧਾਨ ਮੰਤਰੀ ਮੋਦੀ ਦੀ ਵੀ ਬਹੁਤ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜਾ G20 ਹੈ ਉਹ ਰਾਈਟ ਟਾਈਮ ਰਾਈਟ ਕੰਟਰੀ ਦੇ ਕੋਲ ਹੈ। ਸੋ ਭਾਰਤ ਦੀ ਸਫਲਤਾ ਦੀ ਗੱਲ ਕੀਤੀ ਉਹਨਾਂ ਨੇ, ਤੇ ਉਹਨਾਂ ਨੂੰ ਜਦੋਂ ਟ੍ਰੇਡ ਡੀਲ ਦਾ ਪੁੱਛਿਆ ਗਿਆ ਤਾਂ ਉਹਦੇ ਬਾਬਤ ਉਹਨਾਂ ਨੇ ਕਿਹਾ ਕਿ ਜਿਹੜੀਆਂ ਟ੍ਰੇਡ ਡੀਲਸ ਹੁੰਦੀਆਂ ਉਹਨਾਂ ਨੂੰ ਟਾਈਮ ਲੱਗਦਾ, ਪਰ ਦੋਵੇਂ ਟੀਮਾਂ ਜਿਹੜੀਆਂ ਉਹ ਕਾਫੀ ਸਖਤ ਮਿਹਨਤ ਕਰ ਰਹੀਆਂ ਨੇ, ਹਾਰਡ ਕੰਮ ਕਰ ਰਹੀਆਂ ਨੇ। ਉਹਨਾਂ ਨੇ ਫਿਰ ਕਿਹਾ ਕਿ ਮੋਦੀ ਜੀ ਲਈ ਮੇਰੀ ਬਹੁਤ ਜ਼ਿਆਦਾ ਰਿਸਪੈਕਟ ਹੈ, ਤੇ ਮੈਂ PM ਮੋਦੀ ਦਾ ਸਮਰਥਨ ਕਰਨ ਲਈ ਬਹੁਤ ਉਤਸਕ ਹਾਂ ਇਹੋ ਜਿਹੇ ਫੋਰਮਸ ਤੇ ਇਹ ਯਕੀਨੀ ਬਣਾਉਣ ਲਈ ਕਿ ਇਹ ਜਿਹੜਾ G20 ਆ ਉਹ ਭਾਰਤ ਦੇ ਲਈ ਸਫਲਤਾ ਪੂਰਵਕ ਹੋਵੇ। ਫਿਰ ਉਹਨਾਂ ਨੂੰ ਖਾਲਿਸਤਾਨ ਦੇ ਵਿਸ਼ੇ ਦੇ ਵਿੱਚ ਸਵਾਲ ਪੁੱਛਿਆ ਗਿਆ, ਖਾਸ ਕਰਕੇ ਜਿਹੜੇ ਪ੍ਰੋਟੈਸਟ ਵਗੈਰਾ ਹੋਏ ਨੇ ਬੀਤੇ ਸਮਿਆਂ ਦੇ ਵਿੱਚ ਇੰਡੀਅਨ ਐਮਬਸੀਜ਼ ਜੋ ਇੱਥੇ UK ਦੇ ਵਿੱਚ ਨੇ ਉਹਨੂੰ ਲੈ ਕੇ। ਤੇ ਸੂਨਕ ਸਾਹਿਬ ਦਾ ਪਹਿਲਾਂ ਦਾ ਜਵਾਬ ਇਹ ਸੀ, ਉਹਨਾਂ ਨੇ ਕਿਹਾ ਕਿ ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ। ਉਹਨਾਂ ਨੇ ਕਿਹਾ ਤੁਸੀਂ ANI ਦੇ ਪੱਤਰਕਾਰ ਵੱਲੋਂ ਇਹ ਗੱਲਬਾਤ ਹੋ ਰਹੀ ਸੀ, ਸੋ ਉਹਨਾਂ ਨੇ ਕਿਹਾ ਕਿ ਐਕਸਟ੍ਰੀਮਿਜ਼ਮ ਜਾਂ ਵਾਇਲੈਂਸ ਕਿਸੇ ਵੀ ਤਰ੍ਹਾਂ ਦਾ UK ਦੇ ਅੰਦਰ ਸਵੀਕਾਰਯੋਗ ਨਹੀਂ ਹੈ। ਇਹ ਗੱਲ ਬਿਲਕੁਲ ਸਹੀ ਹੈ ਜੀ, ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨਾ ਤਾਂ ਕਿਤੇ ਸਵੀਕਾਰਯੋਗ ਕਿਸੇ ਵੀ ਚੰਗੀ ਕੰਟਰੀ 'ਚ ਹੁੰਦੀ ਹੈ, ਨਾ ਹੀ ਹੋਣੀ ਚਾਹੀਦੀ ਹੈ। ਤੇ ਖਾਲਿਸਤਾਨ ਦੇ ਵਿਸ਼ੇ ਤੇ ਪ੍ਰਦਰਸ਼ਨ ਕਰ ਰਹੇ ਜਾਂ ਜਿਹੜੇ ਪ੍ਰੋਟੈਸਟ ਕਰ ਰਹੇ ਸਾਡੇ ਭੈਣ ਭਰਾ ਹੁੰਦੇ ਨੇ, ਆਈ ਥਿੰਕ ਉਹਨਾਂ ਨੂੰ ਵੀ ਬਿਹਤਰੀ ਇਹੀ ਹੈ ਕਿ ਉਹ ਵੀ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਕਿਸੇ ਵੀ ਤਰੀਕੇ ਦੀ ਵਾਇਲੈਂਸ ਨਹੀਂ ਹੋਣੀ ਚਾਹੀਦੀ। ਇਹ ਮੁਲਕ ਸਾਨੂੰ ਹੱਕ ਦਿੰਦੇ ਨੇ ਕਿ ਅਸੀਂ ਇੱਥੇ ਆ ਕੇ ਆਪਣੀ ਜਿਹੜੀ ਆ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕੀਏ, ਤਾਂ ਫਿਰ ਸਾਨੂੰ ਇਹਨਾਂ ਮੁਲਕਾਂ ਦੇ ਜਿਹੜੇ ਕਾਨੂੰਨ ਆ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਤੇ ਵੈਸੇ ਵੀ ਵਾਇਲੈਂਸ ਤਾਂ ਕਿਤੇ ਵੀ ਜਿਹੜੀ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹ ਕਾਮਯਾਬ ਨਹੀਂ ਹੈ। ਤੁਹਾਡੇ ਕੋਲ ਅੱਜ ਕੱਲ੍ਹ ਬਹੁਤ ਤਗੜੇ ਮਾਧਿਅਮ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਣਾ ਜਿਹੜਾ ਨੈਰੇਟਿਵ ਹੈ, ਆਪਣਾ ਮੈਸੇਜ ਆ, ਉਹ ਆਵਾਮ ਤੱਕ ਜਾਂ ਜਿੱਥੇ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਉਹ ਪਹੁੰਚਾ ਸਕਦੇ ਹੋ। ਐਕਚੁਅਲੀ ਜਿਹੜੀ ਵਾਇਲੈਂਸ ਆ ਜਾਂ ਜਿਹੜੀ ਵੀ ਹਿੰਸਾ ਆ ਜਾਂ ਇਸ ਤਰੀਕੇ ਦੇ ਹਿੰਸਕ ਪ੍ਰਦਰਸ਼ਨ ਆ, ਉਹ ਤਾਂ ਤੁਹਾਡੇ ਕੌਜ਼ ਨੂੰ ਡੈਮੇਜ ਕਰਦੇ ਆ, ਉਹ ਤਾਂ ਲੋਕਾਂ ਦੇ ਵਿੱਚ ਇੱਕ ਗਲਤ ਤਸਵੀਰ ਜਿਹੜੀ ਆ ਤੁਹਾਡੇ ਕੌਜ਼ ਦੀ ਪੇਸ਼ ਕਰਦੇ ਆ। ਜੇਕਰ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋ ਤਾਂ ਕੀ ਹੀ ਤੁਹਾਡੇ ਬਾਰੇ ਕੋਈ ਕੁਝ ਕਹਿ ਸਕਦਾ ਨਾ। ਤੁਸੀਂ ਕਿਸੇ ਵੀ ਮੁਲਕ ਦੇ ਵਿੱਚ, ਖਾਸ ਕਰਕੇ ਜੇਕਰ ਤੁਸੀਂ UK USA ਜਾਂ ਕੈਨੇਡਾ ਵਰਗੇ ਮੁਲਕਾਂ ਦੇ ਸ਼ਹਿਰੀ ਆ, ਤਾਂ ਤੁਹਾਨੂੰ ਜਿਵੇਂ ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਬੜਾ ਖੁੱਲ੍ਹ ਕੇ ਸਟੈਂਡ ਲਿਆ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਿਚਾਰਾਂ ਦੀ ਜਿਹੜੀ ਆਜ਼ਾਦੀ ਆ ਉਹਦੇ ਪ੍ਰਗਟਾਵੇ ਦੀ ਅਸੀਂ ਪੂਰੀ ਤਰੀਕੇ ਨਾਲ ਉਹਦੇ ਸਮਰਥਨ ਦੇ ਵਿੱਚ ਆ। ਅਸੀਂ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਜਿਹੜਾ ਸਪੀਚ ਆ ਉਹਦੇ ਅਸੀਂ ਹੱਕ ਦੇ ਵਿੱਚ ਆ। ਖੈਰ, ANI ਦੇ ਨਾਲ ਗੱਲਬਾਤ ਕਰਦੇ ਹਾਂ। ਸੂਨਕ ਸਾਹਿਬ ਦੀ ਜਿਹੜੇ ਬਿਆਨ ਆ ਉਹਨਾਂ ਦੇ ਵਿੱਚੋਂ ਇਹ ਗੱਲ ਜ਼ਰੂਰ ਮਿਸਿੰਗ ਨਜ਼ਰ ਆਈ, ਕਿਉਂਕਿ UK ਐਕਚੁਅਲੀ ਮਦਰ ਆਫ ਡੈਮੋਕ੍ਰੇਸੀ ਆ। ਜਿਹੜੀ ਇੱਥੇ ਦੀ ਜਮਹੂਰੀਅਤ ਆ ਜਾਂ UK ਦੇ ਅੰਦਰ ਜਿਹੜਾ ਸਿਸਟਮ ਆ, ਉਹਦੀ ਪੂਰੀ ਦੁਨੀਆ ਦੇ ਵਿੱਚ ਇਹ UK ਦੇ ਨਿਜ਼ਾਮ ਦੀ ਜਿਹੜੀ ਆ ਉਹ ਉਦਾਹਰਨਾਂ ਦਿੱਤੀਆਂ ਜਾਂਦੀਆਂ, ਐਂਡ ਇਹ ਜੋ ਕਿ ਬਿਲਕੁਲ ਸਹੀ ਵੀ ਹੈ। ਬਹੁਤ ਇੱਥੇ ਤੁਹਾਨੂੰ ਆਪਣੇ ਵਿਚਾਰ ਜਿਹੜੇ ਪ੍ਰਗਟ ਕਰਨ ਦੀ ਉਹ ਬਹੁਤ ਖੁੱਲ੍ਹੇ ਤੌਰ 'ਤੇ ਆਜ਼ਾਦੀ ਆ। ਤੁਸੀਂ ਇੱਥੇ ਦਾ ਜਿਹੜਾ ਮੀਡੀਆ ਆ, ਜਿਸ ਤਰੀਕੇ ਨਾਲ ਉਹ ਆਪਣੇ ਲੀਡਰਸ ਦੇ ਉੱਤੇ ਜਿਹੜਾ ਤਨਕੀਦ ਕਰਦਾ ਉਹ ਵੇਖਣਯੋਗ ਹੁੰਦਾ। ਫਿਰ UK ਦੇ ਹੀ ਅੰਦਰ ਜਿਹੜਾ ਸਕਾਟਲੈਂਡ ਹੈ ਉਹ ਅੱਡ ਹੋਣਾ ਚਾਹੁੰਦਾ UK ਤੋਂ। ਉਹ ਇੱਕ ਵਾਰ ਰੈਫਰੈਂਡਮ ਹੋ ਚੁੱਕਾ ਹੈ, ਅਫੀਸ਼ੀਅਲੀ ਰੈਫਰੈਂਡਮ ਹੋ ਚੁੱਕਾ ਹੈ, ਜਿਹਦੇ ਵਿੱਚ ਕਿ ਬਹੁਤ ਥੋੜ੍ਹਾ ਫਰਕ ਰਹਿ ਗਿਆ ਸੀ, ਪਰ ਕਿਉਂਕਿ ਉਹਨਾਂ ਲੋਕਾਂ ਦੀ ਗਿਣਤੀ ਜ਼ਿਆਦਾ ਸੀ ਜਿਹੜੇ ਲੋਕ ਸਕਾਟਲੈਂਡ ਨੂੰ UK ਦੇ ਨਾਲ ਰੱਖਣ ਦੇ ਹੱਕ ਵਿੱਚ ਸੀ, ਇਸ ਕਰਕੇ ਸਕਾਟਲੈਂਡ UK ਦਾ ਹੀ ਇੱਕ ਹਿੱਸਾ ਹੈ। ਪਰ ਫਿਰ ਵੀ ਬਹੁਤ ਜ਼ਿਆਦਾ ਤਾਕਤਾਂ ਨੇ ਸਕਾਟਲੈਂਡ ਦੀ, ਜਿਹੜੀ ਆਪਣੀ ਉਹਨਾਂ ਦੀ ਸਕਾਟਿਸ਼ ਪਾਰਲੀਮੈਂਟ ਹੈ ਈਡਨਬਰਾ ਦੇ ਅੰਦਰ, ਉਹਨਾਂ ਦੇ ਕੋਲ ਬਹੁਤ ਜ਼ਿਆਦਾ ਤਾਕਤਾਂ ਨੇ। ਸੋ ਇੱਕ ਐਸਾ ਮੁਲਕ ਜਿੱਥੇ ਹਜੇ ਕੁਝ ਸਮਾਂ ਪਹਿਲਾਂ ਹੀ ਰੈਫਰੈਂਡਮ ਦੇ ਲਈ ਜਿਹੜੀ ਆਜ਼ਾਦੀ ਦਿੱਤੀ ਗਈ ਸੀ ਸਕਾਟਿਸ਼ ਲੋਕਾਂ ਨੂੰ। ਇਸ ਮੁਲਕ ਦੇ ਅੰਦਰ ਜੇਕਰ ਕਾਨੂੰਨੀ ਤੌਰ ਤੇ ਕੋਈ ਆਪਣੇ ਕਿਸੇ ਵੀ ਤਰੀਕੇ ਦੀ ਮੰਗ ਰੱਖਣੀ ਚਾਹੁੰਦਾ ਤਾਂ ਉਹਦੀ ਕੋਈ ਵੀ ਮਮਾਨੀਅਤ ਨਹੀਂ ਆ। ਪਰ ਇਹ ਸਾਡੇ ਭਾਈਚਾਰੇ ਲਈ ਵੀ ਉਹ ਜਿਹੜਾ ਕਿ ਖਾਲਿਸਤਾਨ ਮੂਵਮੈਂਟ ਦੇ
ਜਾਂ ਇੱਕ ਅਲੱਗ ਦੇਸ਼ ਦੇ ਹੱਕ ਦੇ ਵਿੱਚ ਹੈ ਤਾਂ ਇਹਦੀ ਮੰਗ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦੇ ਲਈ ਵੀ ਸਭ ਤੋਂ ਬਿਹਤਰ ਇਹੀ ਹੈ ਕਿ ਉਹ ਇਸ ਗੱਲ ਦਾ ਪੱਕਾ ਖਿਆਲ ਰੱਖਣ ਕਿ ਉਹਨਾਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਹਿੰਸਕ ਘਟਨਾ ਨਹੀਂ ਵਾਪਰਨੀ ਚਾਹੀਦੀ। ਤੇ ਬਿਹਤਰ ਹੁੰਦਾ ਜੇਕਰ ਰਿਸ਼ੀ ਸੁਨਕ ਸਾਹਿਬ ਵੀ ਇਸ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਕਿ ਯੂਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਹਮੇਸ਼ਾ ਰੱਖਿਆ ਕਰੇਗਾ। ਤਾਂ ਹੁਣ ਆਉਂਦੇ ਆ ਜੀ ਕਿ ਰਿਸ਼ੀ ਸੁਨਕ ਸਾਹਿਬ ਦਾ ਜਿਹੜਾ ਇਹ ਭਾਰਤ ਦਾ ਦੌਰਾ ਹੋਇਆ G20 ਵਾਲਾ, ਇਹਦੇ ਬਾਬਤ ਇੰਗਲਿਸ਼ ਮੀਡੀਆ ਕੀ ਕਹਿ ਰਿਹਾ ਕਿ ਕਿਵੇਂ ਇੱਕ ਦਾ ਸਵਾਗਤ ਜਾਂ ਵੈਲਕਮ ਜਿਹੜਾ ਸੁਨਕ ਸਾਹਿਬ ਨੂੰ ਉਹ ਮਿਲਿਆ। ਇੰਡੀਅਨ ਮੀਡੀਆ ਦੇ ਵਿੱਚ ਤਾਂ ਇਸ ਗੱਲ ਦਾ ਜ਼ਿਆਦਾ ਜ਼ਿਕਰ ਨਹੀਂ ਹੋਇਆ, ਹਾਲਾਂਕਿ ਜਿਹੜਾ ਕੁਝ ਜਗ੍ਹਾਵਾਂ ਤੇ ਇਸ ਗੱਲ ਦਾ ਜ਼ਿਕਰ ਜ਼ਰੂਰ ਹੋਇਆ ਕਿ ਕਿਵੇਂ ਰਿਸ਼ੀ ਸੁਨਕ ਸਾਹਿਬ ਦੇ ਵੱਲੋਂ ਆਪਣੇ ਭਾਰਤੀ ਬੈਕਗ੍ਰਾਉਂਡ ਬਾਰੇ ਜਾਂ ਜਿਹੜਾ ਉਹਨਾਂ ਦੀ ਸ਼ਾਦੀ ਬੈਂਗਲੌਰ ਦੇ ਅੰਦਰ ਹੋਈ ਆ ਉਹਦੇ ਬਾਰੇ ਦੱਸਿਆ ਗਿਆ। ਪਰ ਫਿਰ ਵੀ ਸ਼ਾਇਦ ਜੋ ਉਹਨਾਂ ਨੂੰ ਲੱਗ ਰਿਹਾ ਸੀਗਾ ਉਸ ਤਰੀਕੇ ਨਾਲ ਜਿਹੜੀਆਂ ਘਟਨਾਵਾਂ ਨਹੀਂ ਵਾਪਰੀਆਂ। ਜਿਵੇਂ ਕਿ ਇਹ ਪ੍ਰੋਗਰਾਮ ਤੈਅ ਸੀ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੰਡੀਅਨ ਪ੍ਰਧਾਨ ਮੰਤਰੀ ਹਾਊਸ ਦੇ ਵਿੱਚ ਜਿਹੜੀ ਆ ਮੁਲਾਕਾਤ ਹੋਣੀ ਹੈ, ਜੋ ਕਿ ਨਹੀਂ ਹੋ ਸਕੀ। ਉਹਨਾਂ ਦਾ ਜਿਹੜਾ ਸ਼ਡਿਊਲ ਉਹ ਚੇਂਜ ਹੋ ਗਿਆ। ਯੂਕੇ ਮੀਡੀਆ ਦੇ ਵਿੱਚ ਇਸ ਬਾਰੇ ਕੀ ਛਪਿਆ ਕਿ ਸੰਡੇ ਅਬਜ਼ਰਵਰ ਨੇ ਜਿਹੜੀ ਆ ਰਿਪੋਰਟਿੰਗ ਕੀਤੀ ਹੈ, ਉਹਦੇ ਲਈ ਕਿਰਨ ਸਟੈਸੀ ਨੇ ਲਿਖਿਆ ਕਿ ਡਿਪਲੋਮੇਸੀ ਕਈ ਵਾਰੀ ਕਿੰਨੀ ਬਰੂਟਲ ਹੋ ਸਕਦੀ ਹੈ। ਸ਼ਾਇਦ ਸੁਨਕ ਸਾਹਿਬ ਨੂੰ ਹੁਣ ਪਤਾ ਲੱਗਾ ਹੋਣਾ ਕਿ ਉਹਨਾਂ ਨੂੰ ਜਿਹੜਾ ਜੋ ਕਿ ਸ਼ਾਇਦ ਸੋਚਿਆ ਜਾ ਰਿਹਾ ਸੀਗਾ ਕਿ ਇੱਕ ਗਲੋਰੀਅਸ ਫੋਟੋ ਆਪ ਹੋਵੇਗਾ, ਉਹ ਨਹੀਂ ਹੋ ਸਕਿਆ। ਤੇ ਕਿੱਥੇ ਉਹਨਾਂ ਨੇ ਜਿਹੜਾ ਇੰਡੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਸੀ, ਪਰ PM ਮੋਦੀ ਦੀ ਸੁਨਕ ਸਾਹਿਬ ਦੇ ਨਾਲ ਜਿਹੜੀ ਮੁਲਾਕਾਤ ਹੈ ਉਹ ਤਾਂ ਕਾਨਫਰੰਸ ਹਾਲ ਦੇ ਵਿੱਚ ਹੀ ਹੋਈ, ਜਦਕਿ ਜੋ ਬਾਈਡਨ ਜਿਹੜੇ ਆ ਉਹ ਇੰਡੀਅਨ PM ਨਰਿੰਦਰ ਮੋਦੀ ਸਾਹਿਬ ਦੇ ਘਰ ਪਹੁੰਚੇ। ਸੋ ਇੱਥੇ ਬਿਲਕੁਲ ਇਹ ਗੱਲ ਕਈ ਵਾਰ ਹੁੰਦੀ ਹੈ, ਜਿਵੇਂ ਕਿ ਇਸ ਰਿਪੋਰਟ ਦੇ ਵਿੱਚ ਵੀ ਜ਼ਿਕਰ ਹੈ ਕਿ ਬ੍ਰਿਟੇਨ ਦੇ ਅੰਦਰ ਉਹ ਲੋਕ ਜਿਹੜੇ ਇਹ ਮੰਨਦੇ ਨੇ ਕਿ ਬ੍ਰੈਕਸਿਟ ਹੋਣ ਤੋਂ ਬਾਅਦ, ਭਾਵ ਜਦੋਂ ਦਾ UK ਯੂਰਪੀਅਨ ਯੂਨੀਅਨ ਤੋਂ ਬਾਹਰ ਨਿਕਲਿਆ, UK ਦਾ ਅੰਤਰਰਾਸ਼ਟਰੀ ਪੱਧਰ ਤੇ ਉਹ ਰੁਤਬਾ ਨਹੀਂ ਰਿਹਾ ਜੋ ਕਿ ਪਹਿਲਾਂ ਹੁੰਦਾ ਸੀ। ਸੋ ਉਹਨਾਂ ਲੋਕਾਂ ਨੂੰ ਹੁਣ ਹੋਰ ਜਿਹੜਾ ਆਵਾਜ਼ ਉਹਨਾਂ ਦੀ ਬੁਲੰਦ ਹੋਵੇਗੀ ਕਿ ਦੇਖਿਆ ਤੁਸੀਂ ਕਿ ਸੁਨਕ ਸਾਹਿਬ ਦਾ ਜਿਹੜਾ ਸ਼ਡਿਊਲ ਵੀ ਬਦਲ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਮੁਲਾਕਾਤ ਵੀ ਜਿੱਥੇ ਹੋਣੀ ਸੀ ਉੱਥੇ ਨਹੀਂ ਹੋਈ, ਜਿਵੇਂ ਕਿ ਰਾਸ਼ਟਰਪਤੀ ਬਾਈਡਨ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਹੋਈ। ਹਾਲਾਂਕਿ ਟ੍ਰੇਡ ਡੀਲ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸੁਨਕ ਸਾਹਿਬ ਨੇ ਕਿਹਾ ਕਿ ਇਹਨਾਂ ਦੀਆਂ ਇਹੋ ਜਿਹੀਆਂ ਡੀਲਾਂ ਨੂੰ ਟਾਈਮ ਲੱਗ ਜਾਂਦਾ ਹੁੰਦਾ, ਪਰ ਫਿਰ ਵੀ ਬਹੁਤਿਆਂ ਲੋਕਾਂ ਨੂੰ ਸੀਗਾ ਕਿ ਸ਼ਾਇਦ ਹੋ ਸਕਦਾ ਕਿ ਇਸ ਵਾਰੀ ਇਹਦੇ ਉੱਤੇ ਕੋਈ ਫੈਸਲਾ ਆ ਜਾਵੇ, ਕਿਉਂਕਿ ਆਫਟਰ ਬ੍ਰੈਕਜ਼ਿਟ UK ਨੂੰ ਐਕਚੁਅਲੀ ਬੜੀ ਜ਼ਰੂਰਤ ਹੈ ਇਸ ਤਰੀਕੇ ਦੀ ਜਿਹੜੀ ਟ੍ਰੇਡ ਡੀਲ ਦੀ। ਅੱਛਾ, ਸ਼ੁੱਕਰਵਾਰ ਵਾਲੇ ਦਿਨ ਸਿਰਫ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੀ ਉਹਨਾਂ ਦੀ ਜਿਹੜੀ ਮੁਲਾਕਾਤ ਕੈਂਸਲ ਨਹੀਂ ਹੋਈ, ਇੱਕ ਡੈਲੀਗੇਸ਼ਨ ਆਫ ਬਿਜ਼ਨਸ ਐਗਜ਼ੀਕਿਊਟਿਵ ਨੇ ਉਹਨਾਂ ਨੂੰ ਮਿਲਣਾ ਸੀਗਾ, ਪਰ ਬਿਕੋਜ਼ ਇਸ ਤਰੀਕੇ ਦੇ ਰੋਡ ਬਲੌਕ ਸੀਗੇ ਕਿ ਜਗ੍ਹਾ ਜਗ੍ਹਾ ਤੋਂ ਜਿਹੜੀਆਂ ਸੜਕਾਂ ਬੰਦ ਕੀਤੀਆਂ ਗਈਆਂ ਸੀਗੀਆਂ, ਉਹਨਾਂ ਦੀ ਮੁਲਾਕਾਤ ਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਨਾਲ ਨਹੀਂ ਹੋ ਸਕੀ। ਅੱਛਾ, ਫਿਰ ਅਬਜ਼ਰਵਰ ਦੀ ਇਸੇ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਮਿਲਦਾ ਕਿ UK ਪ੍ਰਧਾਨ ਮੰਤਰੀ ਤੇ ਉਹਨਾਂ ਦੀ ਜਿਹੜੀ ਆ ਧਰਮ ਪਤਨੀ UK ਦੀ ਫਰਸਟ ਲੇਡੀ ਅਕਸ਼ਤਾ ਮੂਰਤੀ, ਸੋ ਇਹ ਦੋਵੇਂ ਆਪਣੇ ਜਿਹੜਾ ਇਹਨਾਂ ਦਾ ਫੇਵਰੇਟ ਰੈਸਟੋਰੈਂਟ ਸੀਗਾ ਉੱਥੇ ਵੀ ਨਹੀਂ ਜਾ ਸਕੇ। ਇਹਦੀ ਵਜ੍ਹਾ ਵੀ ਜੋ ਦਿੱਲੀ ਨੂੰ ਬਹੁਤ ਜਗ੍ਹਾਵਾਂ ਤੋਂ ਬੰਦ ਕੀਤਾ ਹੋਇਆ ਸੀ, ਜੋ ਰੋਡ ਬਲੌਕ ਸੀਗਾ, ਉਹਨੂੰ ਹੀ ਦੱਸਿਆ ਗਿਆ ਹੈ। ਇਸ ਗੱਲ ਦਾ ਜ਼ਿਕਰ ਵੈਸੇ ਇੰਡੀਅਨ ਮੀਡੀਆ ਦੇ ਵਿੱਚ ਵੀ ਹੋਇਆ ਕਿ ਰਿਸ਼ੀ ਸੁਨਕ ਸਾਹਿਬ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਇਹ ਦਰਸਾਉਣ ਦੇ ਵਿੱਚ ਕਿ ਭਾਰਤ ਦੇ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਜਾਂ ਕਿੰਨਾ ਗੂੜਾ ਰਿਸ਼ਤਾ ਹੈ। ਤੇ ਇਹ ਤਾਂ ਖੈਰ ਬੜੀ ਸਪਸ਼ਟ ਜਿਹੀ ਗੱਲ ਹੈ ਕਿ ਰਿਸ਼ੀ ਸੁਨਕ ਸਾਹਿਬ ਦਾ ਇੰਡੀਅਨ ਬੈਕਗਰਾਉਂਡ ਹੈ ਤੇ ਉਹਨਾਂ ਦੀ ਜਿਹੜੀ ਪਤਨੀ ਹੈ ਜਾਂ ਉਹਨਾਂ ਦੀ ਜਿਹੜਾ ਵਿਆਹ ਆ ਸੁਨਕ ਸਾਹਿਬ ਦਾ ਉਹ ਬੈਂਗਲੌਰ ਦੇ ਵਿੱਚ ਹੋਇਆ ਸੀ, ਤਾਂ ਬਹੁਤ ਬਿਲਕੁਲ ਕੋਈ ਸ਼ੱਕ ਨਹੀਂ ਕਿ ਬਹੁਤ ਗੂੜਾ ਰਿਸ਼ਤਾ ਹੈ। ਪਰ ਕੀ ਉਸ ਰਿਸ਼ਤੇ ਨੇ ਪੇ ਆਫ ਕੀਤਾ? ਕਿ ਭਾਰਤ ਦੇ ਵੱਲੋਂ ਵੀ ਉਸੇ ਤਰੀਕੇ ਨਾਲ ਇਸ ਚੀਜ਼ ਨੂੰ ਲਿਆ ਗਿਆ? ਇਹ ਖੈਰ ਉਨੀ ਜ਼ਿਆਦਾ ਸਪਸ਼ਟਤਾ ਦੇ ਨਾਲ ਨਹੀਂ ਕਿਹਾ ਜਾ ਸਕਦਾ, ਪਰ ਇਹ ਵੀ ਜ਼ਰੂਰ ਹੈ ਕਿ ਬਹੁਤ ਵਾਰ ਕਈ ਗੱਲਾਂ ਹੁੰਦੀਆਂ, ਕਈ ਕੰਮ ਹੁੰਦੇ ਆ, ਉਹਨਾਂ ਦੇ ਜਿਹੜੇ ਰਿਜ਼ਲਟ ਆ ਉਹ ਤੁਹਾਨੂੰ ਥੋੜੇ ਸਮੇਂ ਬਾਅਦ ਪਤਾ ਲੱਗਦੇ ਹੁੰਦੇ ਆ। ਸੋ ਮੀਡੀਆ ਦੇ ਵਿੱਚ ਇਸ ਤਰੀਕੇ ਦੀਆਂ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਸੁਨਕ ਸਾਹਿਬ ਆ ਉਹ ਭਾਰਤ ਦੀ ਫੇਰੀ ਤੇ ਜਾਣ, ਤੇ ਕੀ ਸ਼ਾਇਦ ਉਦੋਂ ਟ੍ਰੇਡ ਡੀਲ ਹੋ ਸਕਦੀ ਹੈ ਕਿ ਨਹੀਂ। ਜਿਵੇਂ ਆਪਾਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਕਿ ਟ੍ਰੇਡ ਡੀਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ UK ਨੂੰ, ਕਿਉਂਕਿ ਬੈਕ ਹੋਮ ਜਿਹੜੀ ਆ ਕੰਜ਼ਰਵੇਟਿਵ ਸਰਕਾਰ ਉਨੀ ਜ਼ਿਆਦਾ ਪੋਪੂਲਰ ਨਹੀਂ ਰਹੀ। ਜਿਹੜੀ ਆਪੋਜੀਸ਼ਨ ਲੇਬਰ ਹੈ ਇੱਥੇ ਉਹ ਜਿਹੜੀ ਆ ਪੋਲਸ ਦੇ ਵਿੱਚ ਕੰਜ਼ਰਵੇਟਿਵ ਤੋਂ ਅੱਗੇ ਚੱਲ ਰਹੀ ਹੈ, ਉਹ ਲੀਡ ਕਰ ਰਹੀ ਹੈ। ਜੇਕਰ ਚੋਣਾਂ ਹੁੰਦੀਆਂ ਤੇ ਲੇਬਰ ਦੀ ਜਿਹੜੀ ਆ ਜਿੱਤ ਆ ਉਹ ਕੰਜ਼ਰਵੇਟਿਵ ਦੇ ਉੱਤੇ ਨਜ਼ਰ ਆ ਰਹੀ ਹੈ। ਹਾਲਾਂਕਿ ਇੱਥੇ ਇਹ ਵੀ ਦੱਸਣਯੋਗ ਹੈ ਕਿ ਲੇਬਰ ਵੀ ਉਨੀ ਜ਼ਿਆਦਾ ਸ਼ਕਤੀਸ਼ਾਲੀ ਤੌਰ ਤੇ ਜਿਹੜੀ ਆ ਦਿਖਾਈ ਨਹੀਂ ਦੇ ਰਹੀ। ਇਹਦੇ ਵਿੱਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਲੇਬਰ ਦੀ ਜਿਹੜੀ ਆ ਲੀਡਰਸ਼ਿਪ ਉਨੀ ਜ਼ਿਆਦਾ ਕ੍ਰਿਜ਼ਮੈਟਿਕ ਨਹੀਂ ਹੈ, ਉਹਦੇ ਵਿੱਚ ਕੁਝ ਕਮੀ ਹੋ ਸਕਦੀ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ UK ਦੀ ਆਵਾਮ ਹੈ ਉਹ ਕੰਜ਼ਰਵੇਟਿਵ ਤੋਂ ਕਈ ਗੱਲਾਂ ਦੇ ਚੱਲਦਿਆਂ ਜਿਹੜੀ ਖਫਾ ਹੋਈ ਹੈ।
ਸੋ ਆਉਣ ਵਾਲੇ ਵਰੇ ਜਿਹੜਾ ਯੂਕੇ ਦੇ ਅੰਦਰ ਉਹ ਆਉਣ ਵਾਲਾ ਵਰਾ ਜਿਹੜਾ ਉਹ ਯੂਕੇ ਦੇ ਅੰਦਰ ਇਲੈਕਸ਼ਨਾਂ ਵਾਲਾ ਸਾਲ ਹੈ। ਸੋ ਕੰਜ਼ਰਵੇਟਿਵ ਗਵਰਨਮੈਂਟ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਯੂਕੇ ਦੀ ਆਵਾਮ ਦੇ ਵਿੱਚ ਆਪਣੀ ਦੁਬਾਰਾ ਪੈਂਠ ਬਣਾ ਸਕਣ। ਸੋ ਯੂਕੇ ਅਤੇ ਭਾਰਤ ਦੇ ਰਿਸ਼ਤਿਆਂ ਬਾਰੇ ਅਤੇ ਯੂਕੇ ਦੀ ਸਿਆਸਤ ਬਾਰੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਕੀ ਕੁਝ ਚੱਲ ਰਿਹਾ ਇਹਦੇ ਬਾਰੇ ਆਪਾਂ ਲਗਾਤਾਰ ਤੁਹਾਡੇ ਨਾਲ ਆਪਣੇ ਜਿਹੜੇ ਪੋਡਕਾਸਟ ਆ ਉਹਨਾਂ ਦੇ ਜ਼ਰੀਏ ਗੱਲਬਾਤ ਕਰਦੇ ਰਵਾਂਗੇ। ਸੋ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਤਾਂ ਆਪਣੇ ਇਸ ਦਵਿੰਦਰ ਸਿੰਘ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੀ ਕੁਝ ਕਮੀ ਪੇਸ਼ੀ ਜਾਂ ਚੰਗਿਆਈ ਨਜ਼ਰ ਆਈ। ਸੋ ਹੁਣ ਅਗਲੇ ਪੋਡਕਾਸਟ ਜਾਂ ਵੀਡੀਓ ਦੇ ਵਿੱਚ ਮਿਲਾਂਗੇ ਜੀ। ਤਦ ਤੱਕ ਆਪੋ ਆਪਣਾ ਖਿਆਲ ਰੱਖਣਾ। ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਰਬੱਤ ਦਾ ਭਲਾ ਹੋਵੇ।